Good morning, students. In this lecture, we discuss unfavorable balance of payment and suggestions to correct disequilibrium of balance of payment. First, we discuss unfavorable balance of payment. So first reason ਕੀ ਆ import of machineries. ਜਦੋਂ ਇੰਡੀਆ ਦੇ ਵਿੱਚ ਇੰਡਸਟਰੀਅਲਾਈਜੇਸ਼ਨ ਇਨਕਰੀਜ਼ ਹੋਣ ਲੱਗਾ, ਇੰਡਸਟਰੀਅਲ ਡਿਵੈਲਪਮੈਂਟ ਜ਼ਿਆਦਾ ਹੋਣ ਲੱਗੀ, ਉਸ ਦੇ ਨਾਲ ਜਿਹੜੀਆਂ ਮਾਡਰਨ ਮਸ਼ੀਨਰੀ ਸੀ ਉਹਨਾਂ ਦਾ ਜਿਹੜਾ ਇੰਪੋਰਟ ਸੀ ਡਿਵੈਲਪਡ ਨੇਸ਼ਨ ਤੋਂ ਕੀਤਾ ਜਾਂਦਾ ਸੀ, ਉਹ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋ ਗਿਆ। ਬਿਕੋਜ਼ ਇੰਡੀਆ ਦੇ ਵਿੱਚ ਜਿਹੜੀ ਟੈਕਨੋਲੋਜੀ ਸੀ ਉਹ ਬਹੁਤ ਬੈਕਵਰਡ ਸੀ। ਇਸ ਕਾਰਨ ਜਿਹੜੀਆਂ ਡੋਮੈਸਟਿਕ ਮਸ਼ੀਨ ਸੀਗੀਆਂ ਸਾਡੀਆਂ ਉਹ ਬਹੁਤ ਹੀ ਇਨਫੀਰੀਅਰ ਸੀ, ਅਤੇ ਜਿਹੜੀਆਂ ਮਾਡਰਨ ਟੈਕਨੋਲੋਜੀ ਵਾਲੀਆਂ ਮਸ਼ੀਨ ਸੀ ਫੋਰਨ ਕੰਟਰੀਜ਼ ਆ ਉਹਨਾਂ ਦੇ ਨਾਲ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ ਸੀ ਉਹਨਾਂ ਦਾ। ਇਸ ਕਰਕੇ ਹਿਊਜ ਅਮਾਊਂਟ ਆਫ ਮਾਡਰਨ ਮਸ਼ੀਨਰੀ ਨੂੰ ਇੰਪੋਰਟ ਕੀਤਾ ਜਾਂਦਾ ਆ ਫੋਰਨ ਕੰਟਰੀਜ਼ ਤੋਂ। Second point is import of war equipments. In order to defend itself against China and Pakistan, India large amount ਦੇ ਵਿੱਚ war equipments ਨੂੰ import ਕਰਦਾ ਹੈ foreign countries ਤੋਂ। ਇਸ imports ਦੇ ਕਾਰਨ ਵੀ ਇੰਡੀਆ ਦਾ ਜਿਹੜਾ balance of payment ਹੈ disequilibrium ਰਹਿੰਦਾ ਹੈ। Third point is more demand of consumption goods. ਪੋਸਟ ਇੰਡੀਪੈਂਡੈਂਸ ਪੀਰੀਅਡ ਤੋਂ ਬਾਅਦ ਜਿਹੜਾ ਇੰਡੀਆ ਦੇ ਵਿੱਚ ਜਿਹੜੀ ਕੰਜ਼ੰਪਸ਼ਨ ਗੁੱਡਸ ਦੀ ਡਿਮਾਂਡ ਉਹ ਬਹੁਤ ਜ਼ਿਆਦਾ ਇਨਕਰੀਜ਼ ਕਰ ਗਈ। ਪ੍ਰੀਵੀਅਸਲੀ ਇੰਡੀਆ ਜ਼ਿਆਦਾਤਰ ਜਿਹੜਾ ਆਇਲ ਸੀਡਸ, ਟੀ ਅਤੇ ਆਇਰਨ ਇਹਨਾਂ ਨੂੰ ਐਕਸਪੋਰਟ ਕਰਦਾ ਸੀ, ਬਟ ਨਾਓ ਇੰਡੀਆ ਦੇ ਵਿੱਚ ਜਿਹੜੀ ਪਾਪੂਲੇਸ਼ਨ ਆ ਬਹੁਤ ਜ਼ਿਆਦਾ ਇਨਕਰੀਜ਼ ਕਰ ਗਈ ਆ, ਜਿਸ ਕਾਰਨ ਇੰਡੀਆ ਦੇ ਵਿੱਚ ਜਿਹੜੀ ਕੰਜ਼ੰਪਸ਼ਨ ਗੁੱਡਸ ਦੀ ਡਿਮਾਂਡ ਆ ਉਹ ਵੀ ਬਹੁਤ ਜ਼ਿਆਦਾ ਇਨਕਰੀਜ਼ ਕਰ ਗਈ। ਸੋ ਐਕਸਪੋਰਟ ਆਫ ਥੀਸ ਗੁੱਡਸ ਹੈਜ਼ ਗੋਨ ਡਾਊਨ ਵੈਰੀ ਮਚ। Fourth point is price disequilibrium. There has been wide difference in the domestic price of the goods and the price of goods in foreign countries. ਕਿਉਂਕਿ ਇੰਡੀਆ ਦੇ ਵਿੱਚ ਇਨਫਲੇਸ਼ਨ ਬਹੁਤ ਜ਼ਿਆਦਾ ਅਤੇ ਟੈਕਨੋਲੋਜੀ ਜਿਹੜੀ ਬੈਕਵਰਡ ਆ, ਜਿਸ ਕਾਰਨ ਜਿਹੜੀ ਡੋਮੈਸਟਿਕ ਪ੍ਰਾਈਸਿਸ ਆ ਉਹ ਬਹੁਤ ਜ਼ਿਆਦਾ ਇਨਕਰੀਜ਼ ਕਰ ਰਹੀਆਂ ਹੈ, ਜਿਸ ਕਾਰਨ ਜਿਹੜੇ ਇੰਪੋਰਟ ਆ ਬਹੁਤ ਜ਼ਿਆਦਾ ਇਨਕਰੀਜ਼ ਕਰਦੇ ਹਨ ਅਤੇ ਐਕਸਪੋਰਟਸ ਡਿਕਰੀਜ਼ ਕਰਦੇ ਆ। ਫਿਫਥ ਪੁਆਇੰਟ ਇਜ਼ ਐਕਸਪੈਂਡੀਚਰ ਔਨ ਫੋਰਨ embassies. Independent India had to establish its political relation with other countries. To that end, it had to set up its embassy in foreign countries. ਕਿ ਇੰਡੀਆ ਨੂੰ ਆਪਣੇ ਪੋਲੀਟੀਕਲ ਰਿਲੇਸ਼ਨ ਅਦਰ ਕੰਟਰੀਜ਼ ਦੇ ਨਾਲ ਸੈਟਅਪ ਕਰਨੇ ਚਾਹੀਦੇ, ਇਸ ਲਈ ਉਹ ਉਸਨੂੰ ਫੋਰਨ ਕੰਟਰੀਜ਼ ਦੇ ਵਿੱਚ ਆਪਣੀਆਂ ਅੰਬੈਸੀ ਸੈੱਟ ਕੀਤੀਆਂ, ਜਿਸ ਦੇ ਉੱਪਰ ਇੰਡੀਆ ਦਾ ਜਿਹੜਾ ਬਹੁਤ ਜ਼ਿਆਦਾ ਐਕਸਪੈਂਸਿਸ ਜਾਂ ਖਰਚੇ ਹੁੰਦੇ ਆ। ਇਹ ਵੀ ਇੱਕ ਰੀਜ਼ਨ ਆ ਜਿਹੜਾ ਇੰਡੀਆ ਦਾ ਬੈਲੈਂਸ ਆਫ ਪੇਮੈਂਟ ਆ ਉਹ ਅਨਫੇਵਰੇਬਲ ਹੁੰਦਾ। ਨੈਕਸਟ ਇਜ਼ ਫੋਰਨ ਕੰਪੀਟੀਸ਼ਨ। ਇੰਡੀਆ ਮੇਨਲੀ ਜੂਟ, ਟੀ ਅਤੇ ਟੈਕਸਟਾਈਲ ਜਿਹੜੀਆਂ ਗੁੱਡਸ ਆ ਫੋਰਨ ਕੰਟਰੀਜ਼ ਨੂੰ ਐਕਸਪੋਰਟ ਕਰਦਾ ਆ, ਬਟ ਨਾਓ ਫੋਰਨ ਕੰਪੀਟੀਸ਼ਨ ਇਜ਼ ਦਿਸ ਗੁੱਡਸ ਇਜ਼ ਗਰੋਇੰਗ। ਬੰਗਲਾਦੇਸ਼ ਆ ਜਿਹੜਾ ਉਹ ਇੰਡੀਆ ਦਾ ਰਾਈਵਲ ਆ ਇਨ ਜੂਟ ਐਕਸਪੋਰਟ ਦੇ ਵਿੱਚ, ਐਂਡ ਸ਼੍ਰੀਲੰਕਾ ਐਂਡ ਇੰਡੋਨੇਸ਼ੀਆ ਇਜ਼ ਦਾ ਐਕਸਪੋਰਟ ਆਫ ਟੀ। ਕੋਰੀਆ ਐਂਡ ਚਾਈਨਾ ਆ ਉਹ ਕਲੋਥ ਦੇ ਐਕਸਪੋਰਟ ਵਿੱਚ ਇੰਡੀਆ ਦਾ ਰਾਈਵਲ ਆ। ਇਹਨਾਂ ਸਭ ਦਾ ਵੀ ਇੰਡੀਆ ਦੇ ਐਕਸਪੋਰਟ 'ਤੇ ਐਡਵਰਸਲੀ ਇਫੈਕਟ ਪੈਂਦਾ ਹੈ। ਨੈਕਸਟ ਪੁਆਇੰਟ ਇਜ਼ ਇਨਕਰੀਜ਼ ਇਨ ਦੀ ਕੰਜ਼ੰਪਸ਼ਨ ਐਂਡ ਪ੍ਰਾਈਜ਼ ਆਫ ਕਰੂਡ ਆਇਲ। ਇੰਡੀਆ ਦੇ ਵਿੱਚ ਜਿਹੜਾ ਕਰੂਡ ਆਇਲ ਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਆ ਅਤੇ ਇਹਨਾਂ ਦੀ ਜਿਹੜੀ ਪ੍ਰਾਈਜ਼ਸ ਆ ਉਹ ਵੀ ਕੰਟੀਨਿਊਸਲੀ ਇਨਕਰੀਜ਼ ਕਰਦੀ ਜਾਂਦੀ ਆ, ਬਟ ਇੰਡੀਆ ਜਿਹੜਾ ਕਰੂਡ ਆਇਲ ਆ ਜ਼ਿਆਦਾਤਰ ਜਿਹੜਾ ਪੈਟਰੋਲੀਅਮ ਪ੍ਰੋਡਕਟਸ ਆ ਫੋਰਨ ਤੋਂ ਹੀ ਇੰਪੋਰਟ ਕਰਦਾ ਆ। ਇਸ ਕਾਰਨ ਇਹ ਵੀ ਇੱਕ ਰੀਜ਼ਨ ਆ ਕਿ ਜਿਸ ਕਾਰਨ ਜਿਹੜੀ ਇੰਡੀਆ ਦਾ ਬੈਲੈਂਸ ਆਫ ਪੇਮੈਂਟ ਆ ਡਿਸਇਕੁਲਿਬਰੀਅਮ ਵਿੱਚ ਰਹਿੰਦਾ ਹੈ। ਨੈਕਸਟ ਪੁਆਇੰਟ ਇਜ਼ ਇੰਪੋਰਟ ਆਫ ਗੋਲਡ. Gold is the second major import item of India after crude oil, and India were the largest ਇੰਡੀਆ ਜਿਹੜਾ ਆ ਉਹ ਵਰਲਡ ਦਾ ਲਾਰਜੈਸਟ ਕੰਜ਼ਿਊਮਰ ਆ ਜਿੱਥੇ ਗੋਲਡ ਦੀ ਜਿਹੜੀ ਇੰਪੋਰਟ ਜ਼ਿਆਦਾ ਕੀਤਾ ਜਾਂਦਾ ਆ। ਐਂਡ ਇੰਡੀਆ ਦੇ ਵਿੱਚ ਜਿਹੜੀ ਗੋਲਡ ਦੀ ਡਿਮਾਂਡ ਆ ਉਸਨੂੰ ਜ਼ਿਆਦਾਤਰ ਉਸਦੇ ਜਿਹੜੇ ਲਾਰਜ ਸ਼ੇਅਰ ਨੂੰ ਆ ਇੰਪੋਰਟ ਦੇ ਥਰੂ ਹੀ ਪੂਰਾ ਕੀਤਾ ਜਾਂਦਾ ਆ। The rise in import of gold is one of the major factors contributing to India's current account deficit in balance of payment. Next is payments of interest on foreign debts. ਇੰਡੀਆ ਦਾ ਜਿਹੜਾ ਫੋਰਨ ਲੋਨਸ ਆ ਉਹ ਵੀ ਕੰਟੀਨਿਊਸਲੀ ਡੇ ਬਾਏ ਡੇ ਇਨਕਰੀਜ਼ ਕਰਦਾ ਜਾ ਰਿਹਾ, ਜਿਸ ਕਾਰਨ ਉਸ ਦਾ ਜਿਹੜਾ ਇੰਟਰਸਟ ਬਰਡਨ ਆ ਉਹ ਵੀ ਇਨਕਰੀਜ਼ ਕਰਦਾ ਜਾ ਰਿਹਾ। ਇਸ ਇੰਟਰਸਟ ਬਰਡਨ ਵੀ ਇੱਕ ਕਾਜ਼ਜ਼ ਆ ਡਿਸਇਕੁਲਿਬਰੀਅਮ ਇਨ ਦੀ ਬੈਲੈਂਸ ਆਫ ਪੇਮੈਂਟ। ਨੈਕਸਟ ਇਜ਼ ਲੈਸ ਗਰੋਥ ਇਨ ਐਕਸਪੋਰਟਸ.
ਇੰਡੀਆ ਦੇ ਵਿੱਚ ਬਹੁਤ ਸਾਰੀਆਂ ਗਵਰਨਮੈਂਟ ਨੇ ਵੇਰੀਅਸ ਐਕਸਪੋਰਟ ਸਕੀਮਸ ਨੂੰ ਪ੍ਰਮੋਟ ਕੀਤਾ ਤਾਂ ਜੋ ਐਕਸਪੋਰਟਸ ਨੂੰ ਇਨਕਰੀਜ਼ ਕੀਤਾ ਜਾ ਸਕੇ ਐਂਡ ਇੰਪੋਰਟਸ ਨੂੰ ਡਿਕਰੀਜ਼ ਕੀਤਾ ਜਾ ਸਕੇ। ਬਟ ਇਹਨਾਂ ਸਭ ਦੇ ਬਾਵਜੂਦ ਵੀ ਕਿ ਇੰਡੀਆ ਦੇ ਜਿਹੜੇ ਐਕਸਪੋਰਟ ਆ ਬਹੁਤ ਜ਼ਿਆਦਾ ਐਜ਼ ਕੰਪੇਅਰ ਟੂ ਇੰਪੋਰਟ ਨਾਲੋਂ ਬਹੁਤ ਘੱਟ ਆ, ਜਿਸ ਕਾਰਨ ਇਹ ਵੀ ਇੱਕ ਰੀਜ਼ਨ ਆ ਡਿਸਇਕੁਲਿਬਰੀਅਮ ਇਨ ਬੈਲੈਂਸ ਆਫ ਪੇਮੈਂਟ ਦਾ। ਨੈਕਸਟ ਇਜ਼ ਅਦਰ ਕਾਜ਼ਸ। ਇੰਡੀਆ ਦੇ ਵਿੱਚ ਜਿਹੜਾ ਇੰਡਸਟਰੀਅਲ ਪ੍ਰੋਡਕਸ਼ਨ ਆ ਪੂਅਰ ਕੁਆਲਿਟੀ ਦਾ, ਟੈਕਨੋਲੋਜੀ ਜਿਹੜੀ ਆ ਬੈਕਵਰਡ ਆ। ਇਹਨਾਂ ਸਭ ਰੀਜ਼ਨਸ ਦੇ ਕਾਰਨ ਵੀ ਜਿਹੜਾ ਇੰਡੀਆ ਦਾ ਐਕਸਪੋਰਟ ਉਹ ਘੱਟ ਹੁੰਦੇ ਆ, ਬਿਕੋਜ਼ ਉਹ ਕੀ ਆ ਫੋਰਨ ਜਿਹੜੇ ਕੰਟਰੀਜ਼ ਦੇ ਪ੍ਰੋਡਕਟ ਦੇ ਨਾਲ ਉਹਨਾਂ ਦਾ ਕੰਪੀਟੀਸ਼ਨਸ ਨਹੀਂ ਹੋ ਪਾਉਂਦਾ ਉਹਨਾਂ ਦਾ। ਦੈਟ ਮੀਨਸ ਕਿ ਕੁਆਲਿਟੀ ਵਾਈਜ਼ ਉਨੇ ਵਧੀਆ ਨਹੀਂ ਹੁੰਦੇ ਜਿੰਨੇ ਫੋਰਨ ਕੰਟਰੀਜ਼ ਦੇ ਹੁੰਦੇ ਆ, ਜਿਸ ਕਾਰਨ ਵੀ ਇਹਨਾਂ ਦਾ ਐਕਸਪੋਰਟ ਘੱਟ ਹੁੰਦਾ ਇੰਡੀਅਨ ਦੀ ਇੰਡਸਟਰੀਜ਼ ਦੇ ਵਿੱਚ ਜਿਹੜਾ ਪ੍ਰੋਡਕਸ਼ਨ ਕੀਤਾ ਜਾਂਦਾ ਹੈ। ਨੈਕਸਟ ਇਜ਼ ਸੁਜੈਸ਼ਨਸ ਟੂ ਕਰੈਕਟ ਡਿਸਇਕੁਲਿਬਰੀਅਮ ਇਨ ਦੀ ਬੈਲੈਂਸ ਆਫ ਪੇਮੈਂਟ। ਡਿਸਇਕੁਲਿਬਰੀਅਮ ਇਨ ਬੈਲੈਂਸ ਆਫ ਪੇਮੈਂਟ ਨੂੰ ਠੀਕ ਕਰਨ ਦੇ ਲਈ ਸਭ ਤੋਂ ਜਿਹੜਾ ਮੇਨ ਫੈਕਟਰ ਆ ਕਿ ਐਕਸਪੋਰਟਸ ਨੂੰ ਪ੍ਰਮੋਟ ਕਰਨਾ ਚਾਹੀਦਾ ਨਾ ਇੰਪੋਰਟਸ ਨੂੰ ਘੱਟ ਕਰਨਾ ਚਾਹੀਦਾ। ਫਸਟ ਪੁਆਇੰਟ ਇਜ਼ ਪ੍ਰਮੋਸ਼ਨ ਆਫ ਐਕਸਪੋਰਟ। ਐਡਵਰਸ ਬੈਲੈਂਸ ਆਫ ਪੇਮੈਂਟ ਨੂੰ ਠੀਕ ਕਰਨ ਦੇ ਲਈ ਐਕਸਪੋਰਟ ਪ੍ਰਮੋਟ ਕਰਨਾ ਬਹੁਤ ਜ਼ਰੂਰੀ ਆ। ਇਸ ਦੇ ਲਈ ਜਿਹੜੇ ਐਕਸਪੋਰਟਸ ਆਫ ਗੁੱਡਸ ਉੱਪਰ ਜਿਹੜੇ ਗਵਰਨਮੈਂਟ ਟੈਕਸਿਸ ਲਗਾਉਂਦੀ ਆ ਉਹਨਾਂ ਨੂੰ ਗਵਰਨਮੈਂਟ ਨੂੰ ਘੱਟ ਕਰਨਾ ਚਾਹੀਦਾ ਹੈ। ਐਕਸਪੋਰਟ ਇੰਡਸਟਰੀਜ਼ ਆ ਉਹਨਾਂ ਨੂੰ ਜਿਹੜੇ ਕੰਸੈਸ਼ਨਸ ਦੇਣੀ ਚਾਹੀਦੀਆਂ, ਸਬਸਿਡੀਜ਼ ਦੇਣੀਆਂ ਚਾਹੀਦੀਆਂ, ਰॉ ਮਟੀਰੀਅਲ ਘੱਟ ਕੋਸਟ ਉੱਤੇ ਪ੍ਰੋਵਾਈਡ ਕਰਨਾ ਚਾਹੀਦਾ ਆ ਤਾਂ ਜੋ ਜਿਹੜਾ ਇਹਨਾਂ ਇੰਡਸਟਰੀ ਜਿਹੜੀ ਗੁੱਡਸ ਦੀ ਪ੍ਰਾਈਸ ਆ ਉਹ ਘੱਟ ਹੋ ਸਕੇ। ਐਂਡ ਇਸ ਤੋਂ ਇਲਾਵਾ ਇੰਡਸਟਰੀਜ਼ ਨੂੰ ਕ੍ਰੈਡਿਟ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਲਿਬਰਲ ਰੇਟਸ 'ਤੇ। Second point is increase in production. To cut down imports and encourage exports, it is essential that agriculture, industrial and mineral production be increased. ਇਸ ਦੇ ਲਈ ਗਵਰਨਮੈਂਟ ਨੂੰ ਜੂਟ ਮੈਨੂਫੈਕਚਰਿੰਗ ਪ੍ਰੋਡਕਟ, ਟੀ, ਕੌਫੀ ਇਹਨਾਂ ਸਾਰੀਆਂ ਚੀਜ਼ਾਂ ਦਾ ਇੰਪੋਰਟਸ ਹੋਰ ਜ਼ਿਆਦਾ ਕਰਨਾ ਚਾਹੀਦਾ ਹੈ ਐਂਡ ਇਹਨਾਂ ਸਾਰੀਆਂ ਚੀਜ਼ਾਂ ਦੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ ਲਈ ਵੀ ਐਫਰਟਸ ਕਰਨੇ ਚਾਹੀਦੇ ਆ। ਨੈਕਸਟ ਇਜ਼ ਟ੍ਰੇਡ ਐਗਰੀਮੈਂਟਸ। Government of India enters into trade agreement with the government of other countries in order to expand foreign trade. ਇੰਡੀਆ ਨੇ ਬਹੁਤ ਸਾਰੀ ਕੰਟਰੀਜ਼ ਦੇ ਨਾਲ ਟ੍ਰੇਡ ਐਗਰੀਮੈਂਟ ਨੂੰ ਨੈਗੋਸ਼ੀਏਟ ਕੀਤਾ ਲਾਈਕ ਬੰਗਲਾਦੇਸ਼, ਬੁਲਗੇਰੀਆ, ਜਰਮਨੀ, ਇਜਿਪਟ, ਫਰਾਂਸ, ਕੋਰੀਆ, ਈਰਾਨ, ਇਰਾਕ। ਐਂਡ ਇੰਡੀਆ ਐਂਟਰਡ ਇਨਟੂ ਟ੍ਰੇਡ ਐਗਰੀਮੈਂਟ ਵਿਦ WTO ਨੇਸ਼ਨ, ਸਾਸ ਨੇਸ਼ਨ ਐਕਸੈਟਰਾ। ਨੈਕਸਟ ਇਜ਼ ਐਨਕਰੇਜਮੈਂਟ ਟੂ ਫੋਰਨ ਇਨਵੈਸਟਮੈਂਟ। ਫੋਰਨ ਇੰਡਸਟਰੀਜ਼ ਅਤੇ ਮਲਟੀਨੈਸ਼ਨਲ ਕਾਰਪੋਰੇਸ਼ਨ ਨੂੰ ਇਨਕਰਜ ਕਰਨਾ ਚਾਹੀਦਾ ਤਾਂ ਜੋ ਆਪਣੀ ਕੈਪੀਟਲ ਨੂੰ ਇੰਡੀਆ ਦੇ ਵਿੱਚ ਇਨਵੈਸਟ ਕਰ ਸਕਣ। ਇਸ ਦੇ ਲਈ ਉਹਨਾਂ ਨੂੰ ਸਪੈਸ਼ਲ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਤਾਂ ਜੋ ਫੋਰਨ ਕੈਪੀਟਲ ਨੂੰ ਅਟਰੈਕਟ ਕੀਤਾ ਜਾ ਸਕੇ ਟੂਵਰਡ ਇੰਡੀਆ ਵੱਲ, ਜਿਸ ਨਾਲ ਕੀ ਹੋਏਗਾ ਫੋਰਨ ਐਕਸਚੇਂਜ ਦਾ ਜਿਹੜਾ ਇਨਫਲੋ ਆ ਉਹ ਇੰਡੀਆ ਦੀ ਕੰਟਰੀ ਦੇ ਵੱਲ ਜ਼ਿਆਦਾ ਹੋਏਗਾ। ਨੈਕਸਟ ਇਜ਼ ਅਟਰੈਕਸ਼ਨ ਟੂ ਫੋਰਨ ਟੂਰਿਸਟ। ਗਵਰਨਮੈਂਟ ਨੂੰ ਅਟਰੈਕਟਿਵ ਪਿਕਨਿਕ ਸਪੋਟਸ ਨੂੰ ਡਿਫਰੈਂਟ ਪਾਰਟਸ ਆਫ ਕੰਟਰੀ 'ਤੇ ਡਿਵੈਲਪਡ ਕਰਨਾ ਚਾਹੀਦਾ ਤਾਂ ਜੋ ਫੋਰਨ ਟੂਰਿਸਟ ਨੂੰ ਅਟਰੈਕਟ ਕੀਤਾ ਜਾ ਸਕੇ। ਇਸ ਦੇ ਲਈ ਗਵਰਨਮੈਂਟ ਨੂੰ ਮਨੀ ਸਪੈਂਡ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੇ ਰਿਸੋਰਟਸ ਵਗੈਰਾ ਨੂੰ ਬਣਾਉਣ ਦੇ ਲਈ ਤਾਂ ਜੋ ਜਿਹੜਾ ਫੋਰਨ ਐਕਸਚੇਂਜ ਰਿਜ਼ਰਵ ਆ ਉਹ ਇੰਡੀਆ ਦੇ ਵਿੱਚ ਉਸਦਾ ਇਨਫਲੋ ਹੋਰ ਵੱਧ ਸਕੇ। ਨੈਕਸਟ ਇਜ਼ ਡੀਵੈਲਿਊਏਸ਼ਨ ਆਫ ਇੰਡੀਅਨ ਕਰੰਸੀ। ਲੋਅਰਿੰਗ ਆਫ ਦਾ ਵੈਲਿਊ ਆਫ ਡੋਮੈਸਟਿਕ ਕਰੰਸੀ ਇਨ ਟਰਮ ਆਫ ਫੋਰਨ ਕਰੰਸੀ ਇਜ਼ ਕਾਲਡ ਡੀਵੈਲਿਊਏਸ਼ਨ। ਜਦੋਂ ਆਪਣੀ ਕਰੰਸੀ ਦੀ ਵੈਲਿਊ ਨੂੰ ਅਸੀਂ ਦੂਸਰੀ ਕਰੰਸੀ ਦੀ ਵੈਲਿਊ ਦੇ ਨਾਲੋਂ ਘੱਟ ਕਰਦੇ ਹਾਂ ਉਸਨੂੰ ਕੀ ਕਹਿੰਦੇ ਆ, ਡੀਵੈਲਿਊਏਸ਼ਨ। ਇਸ ਦੇ ਨਾਲ ਕੀ ਹੋਏਗਾ ਕਿ ਜਿਹੜੇ ਸਾਡੇ ਐਕਸਪੋਰਟ ਆ ਉਹ ਇਨਕਰੀਜ਼ ਹੋਣਗੇ ਐਂਡ ਇੰਪੋਰਟ ਘੱਟ ਹੋਣਗੇ। ਨੈਕਸਟ ਇਜ਼ ਡੀਫਲੇਸ਼ਨ। ਇਟ ਮੀਨਸ ਦੈਟ ਪ੍ਰਾਈਸ ਆਫ ਦਾ ਗੁੱਡਸ ਪ੍ਰੋਡਿਊਸ ਇਨ ਦਾ ਕੰਟਰੀ ਸ਼ੁੱਡ ਬੀ ਬਰੋਟ ਡਾਊਨ, ਕਿ ਜਿਹੜੀਆਂ ਪ੍ਰਾਈਜ਼ਸ ਆ ਗੁੱਡਸ ਦੀਆਂ ਉਸ ਨੂੰ ਘੱਟ ਕਰਨਾ ਚਾਹੀਦਾ। ਇਸ ਨਾਲ ਕੀ ਹੋਏਗਾ ਸਾਡੇ ਜਿਹੜੇ ਕੰਟਰੀ ਦੇ ਐਕਸਪੋਰਟ ਜ਼ਿਆਦਾ ਵਧਣਗੇ ਕਿਉਂਕਿ ਚੀਪ ਪ੍ਰਾਈਸ ਆ, ਫੋਰਨਰਸ ਜ਼ਿਆਦਾ ਡਿਮਾਂਡ ਕਰਨਗੇ ਗੁੱਡਸ ਦੀ, ਇਸ ਕਾਰਨ ਐਕਸਪੋਰਟ ਵਧਣਗੇ ਜਿਸ ਨਾਲ ਵੀ ਡਿਸਇਕੁਲਿਬਰੀਅਮ ਬੈਲੈਂਸ ਆਫ ਪੇਮੈਂਟ ਨੂੰ ਕਰੈਕਟ ਕੀਤਾ ਜਾ ਸਕਦਾ ਹੈ। Next is restrictions on non-essential imports. Another important method of correcting balance of payment is restriction on imports. Imports ਉੱਤੇ restriction ਲਗਾਉਣੀ ਚਾਹੀਦੀ ਜਿਹੜੇ non-essential goods ਆ। Suppose non-essential goods like restriction on the import of luxury goods, issue of license for the import of essential goods only, ਕਿ ਜਿਹੜੀਆਂ ਸਿਰਫ essential goods ਆ ਉਹਨਾਂ ਦੇ import ਨੂੰ ਹੀ issue license ਕਰਨਾ ਚਾਹੀਦਾ ਹੈ।
ਲਾਇਸੈਂਸ ਇਸ਼ੂ ਕਰਨਾ ਚਾਹੀਦਾ ਹੈ। ਐਂਡ ਫਿਕਸੇਸ਼ਨ ਆਫ ਕੋਟਾ ਫॉर द ਇੰਪੋਰਟ ਆਫ ਡਿਫਰੈਂਟ ਗੁੱਡਸ, ਜਿਹੜੀਆਂ ਡਿਫਰੈਂਟ ਗੁੱਡਸ ਦਾ ਜਿਹੜਾ ਅਸੀਂ ਇੰਪੋਰਟ ਕਰਦੇ ਹਾਂ ਬਾਹਰੋਂ, ਉਹਨਾਂ ਦਾ ਇੱਕ ਕੋਟਾ ਫਿਕਸ ਕਰ ਦੇਣਾ ਚਾਹੀਦਾ ਕਿ ਫੋਰ ਐਗਜ਼ਾਮਪਲ ਕਿ ਇੰਨੇ % ਤੱਕ ਹੀ ਤੁਸੀਂ ਗੁੱਡਸ ਨੂੰ ਬਾਹਰੋਂ ਇੰਪੋਰਟ ਕਰ ਸਕਦੇ ਹੋ, ਉਸ ਤੋਂ ਜ਼ਿਆਦਾ ਨਹੀਂ। ਨਿਊ ਇੰਪੋਰਟ ਡਿਊਟੀਜ਼ ਨੂੰ ਲਗਾਉਣਾ ਚਾਹੀਦਾ ਆ। ਐਂਡ ਜਿਹੜੇ ਇੰਡੀਅਨਸ ਨੂੰ ਉਹ ਮੋਟੀਵੇਟ ਕਰਨਾ ਚਾਹੀਦਾ ਕਿ ਉਹ ਡੋਮੈਸਟਿਕ ਗੁੱਡਸ ਨੂੰ ਹੀ ਯੂਜ਼ ਕਰਨ। ਐਂਡ ਲਾਸਟ ਇਜ਼ ਲੈਸ ਕ੍ਰੈਡਿਟ ਫੈਸਿਲਿਟੀ ਫॉर ਇੰਪੋਰਟਡ ਗੁੱਡਸ। ਨੈਕਸਟ ਇਜ਼ ਇੰਪੋਰਟ ਸਬਸਟੀਟਿਊਸ਼ਨ। ਇੰਪੋਰਟ ਸਬਸਟੀਟਿਊਸ਼ਨ ਜਿਹੜਾ ਐਡਵਰਸ ਬੈਲੈਂਸ ਆਫ ਪੇਮੈਂਟ ਨੂੰ ਕਰੈਕਟ ਕਰਨ ਦੇ ਵਿੱਚ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਇੰਪੋਰਟ ਸਬਸਟੀਟਿਊਸ਼ਨ ਮੀਨਸ ਟੋਟਲ ਔਰ ਪਾਰਸ਼ੀਅਲ ਰਿਪਲੇਸਮੈਂਟ ਆਫ ਐਨ ਇੰਪੋਰਟਡ ਪ੍ਰੋਡਕਟ ਵਿਦ ਡੋਮੈਸਟਿਕ ਪ੍ਰੋਡਕਟ ਆਫ ਦ ਸੇਮ ਫੰਕਸ਼ਨਲ ਰਿਕੁਆਇਰਮੈਂਟ mainly made from indigenous material and know-how। ਇੰਪੋਰਟ ਸਬਸਟੀਟਿਊਸ਼ਨ ਮੀਨਸ ਕਿ ਜਿਹੜੀਆਂ ਗੁੱਡਸ ਅਸੀਂ ਬਾਹਰਲੀ ਕੰਟਰੀ ਤੋਂ ਮੰਗਵਾਉਂਦੇ ਹਾਂ, ਉਹਨਾਂ ਚੀਜ਼ਾਂ ਦਾ ਪ੍ਰੋਡਕਸ਼ਨ ਅਸੀਂ ਆਪਣੀ ਕੰਟਰੀ ਵਿੱਚ ਹੀ ਕਰਨਾ ਸਟਾਰਟ ਕਰੀਏ। ਉਸ ਦੇ ਨਾਲ ਕੀ ਹੋਏਗਾ, ਇੰਡੀਆ ਦੇ ਇੰਪੋਰਟਸ ਘੱਟ ਹੋਣਗੇ, ਜਿਸ ਕਾਰਨ ਵੀ ਬੈਲੈਂਸ ਆਫ ਪੇਮੈਂਟ ਨੂੰ ਕਰੈਕਟ ਕੀਤਾ ਜਾ ਸਕਦਾ ਹੈ, ਐਡਵਰਸ ਬੈਲੈਂਸ ਆਫ ਪੇਮੈਂਟ ਨੂੰ। ਨੈਕਸਟ ਇਜ਼ ਸੈਟਿੰਗ ਅਪ ਸਪੈਸ਼ਲ ਇਕਨੋਮਿਕ ਜ਼ੋਨ। ਗਵਰਨਮੈਂਟ ਨੂੰ ਸਪੈਸ਼ਲ ਇਕਨੋਮਿਕ ਜ਼ੋਨ ਸੈਟਅਪ ਕਰਨੇ ਚਾਹੀਦੇ ਆ ਤਾਂ ਜੋ ਐਕਸਪੋਰਟਸ ਨੂੰ ਬੂਸਟ ਕੀਤਾ ਜਾ ਸਕੇ। ਇਨ ਦਿਸ ਜ਼ੋਨ ਇਨਫਰਾਸਟਰਕਚਰ ਆਫ ਇੰਟਰਨੈਸ਼ਨਲ ਕੁਆਲਿਟੀ ਵਿਲ ਬੀ ਸੈਟਅਪ। ਨੈਕਸਟ ਇਜ਼ ਲੈਸ ਕੰਜ਼ੰਪਸ਼ਨ ਆਫ ਕਰੂਡ ਆਇਲ। ਜਿਹੜਾ ਕਰੂਡ ਆਇਲ ਹੈ, ਇੰਡੀਆ ਉਸਦਾ ਲਾਰਜੈਸਟ ਅਮਾਊਂਟ ਵਿੱਚ ਇੰਪੋਰਟ ਕਰਦਾ ਆ। ਸੋ ਗਵਰਨਮੈਂਟ ਨੂੰ ਅਲਟਰਨੇਟਿਵ ਸੋਰਸ ਆਫ ਐਨਰਜੀ ਨੂੰ ਯੂਜ਼ ਕਰਨ ਦੇ ਲਈ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ। ਇਸ ਨਾਲ ਕੀ ਹੋਏਗਾ, ਜਿਹੜਾ ਡਿਮਾਂਡ ਆਫ ਕਰੂਡ ਆਇਲ ਹੈ ਇੰਡੀਆ ਦੇ ਵਿੱਚ, ਉਹ ਰਿਡਿਊਸ ਹੋਏਗੀ। ਨੈਕਸਟ ਇਜ਼ ਲੈਸ ਕੰਜ਼ੰਪਸ਼ਨ ਆਫ ਗੋਲਡ। ਇੰਡੀਆ ਦੇ ਵਿੱਚ ਜਿਹੜੀ ਕੰਜ਼ੰਪਸ਼ਨ ਆਫ ਗੋਲਡ ਜਾਂ ਪਰਚੇਜ਼ ਆਫ ਗੋਲਡ ਆ, ਉਸਨੂੰ ਘੱਟ ਕਰਨਾ ਚਾਹੀਦਾ। ਇਸ ਨਾਲ ਕੀ ਹੈ, ਕਿਉਂਕਿ ਇੰਡੀਆ ਜ਼ਿਆਦਾਤਰ ਜਿਹੜਾ ਗੋਲਡ ਆ ਉਹ ਇੰਪੋਰਟ ਕਰਦਾ ਹੈ। ਜਦੋਂ ਗੋਲਡ ਦਾ ਇੰਪੋਰਟ ਘੱਟ ਹੋਏਗਾ, ਆਟੋਮੈਟਿਕਲੀ ਜਿਹੜਾ ਐਡਵਰਸ ਬੈਲੈਂਸ ਆਫ ਪੇਮੈਂਟ ਆ ਉਹ ਉਸ ਦੇ ਵਿੱਚ ਹੈਲਪਫੁਲ ਹੋਏਗੀ, ਉਸਨੂੰ ਡਿਸਇਕੁਲਿਬਰੀਅਮ ਨੂੰ ਕਰੈਕਟ ਕਰਨ ਦੇ ਵਿੱਚ ਜੋ ਇਹ ਹੈਲਪਫੁਲ ਹੋਏਗਾ ਜਦੋਂ ਇੰਪੋਰਟ ਆਫ ਗੁੱਡਸ ਨੂੰ ਘੱਟ ਕੀਤਾ ਜਾਏਗਾ। ਇਨ ਸ਼ਾਰਟ ਕਿ ਡਿਸਇਕੁਲਿਬਰੀਅਮ ਬੈਲੈਂਸ ਆਫ ਪੇਮੈਂਟ ਨੂੰ ਠੀਕ ਕਰਨ ਦੇ ਲਈ ਗਵਰਨਮੈਂਟ ਨੂੰ ਆਪਣੇ ਐਕਸਪੋਰਟਸ ਨੂੰ ਇਨਕਰੀਜ਼ ਕਰਨਾ ਚਾਹੀਦਾ ਆ, ਐਂਡ ਜਿਹੜੇ ਇੰਪੋਰਟਸ ਆ ਉਹਨਾਂ ਨੂੰ ਰਿਡਿਊਸ ਕਰਨਾ ਚਾਹੀਦਾ ਆ।